ਸੋ ਇੰਡੀਆ ਦਾ ਲੇਕਿਨ ਇਹ ਬੋਨ ਆਫ ਕੰਟੈਂਸ਼ਨ ਹੈ ਕਿ ਤੁਸੀਂ ਜਿਹੜੀ ਖਾਲਿਸਤਾਨ ਮੂਵਮੈਂਟ ਜਿਹਨੂੰ ਅਸੀਂ ਅਪੋਜ਼ ਕਰ ਰਹੇ ਹਾਂ, ਜਿਹੜੇ ਸਾਡੇ ਦੇਸ਼ ਨੂੰ ਤੋੜ ਸਕਦੀ ਹੈ, ਉਹਨੂੰ ਤੁਸੀਂ ਚੰਗੀ ਤਰ੍ਹਾਂ ਦਬਾ ਨਹੀਂ ਰਹੇ। ਠੀਕ ਹੈ, ਇੰਡੀਆ ਆਪਣੀ ਜਗ੍ਹਾ ਸਹੀ ਹੈ, ਮੈਂ ਕਹਿੰਦਾ ਇਹ ਗੱਲ ਕਹਿਣ ਨੂੰ ਐਜ਼ ਅ ਨੇਸ਼ਨ ਠੀਕ ਹੈ, ਉਹਨਾਂ ਦਾ ਇਹ ਸਟੈਂਸ ਹੈ, ਬਟ ਕੈਨੇਡਾ ਵੈਸੇ ਕੁਝ ਵੀ ਗਲਤ ਨਹੀਂ ਕਰ ਰਿਹਾ। ਭਾਰਤ ਦੇ ਝੰਡੇ ਨੂੰ, ਭਾਰਤ ਦੇ ਤਿਰੰਗੇ ਨੂੰ ਜਿਹੜਾ ਹੈ ਉਹ ਫੁੱਟਬਾਲ ਬਣਾ ਕੇ ਖੇਡਿਆ ਜਾਣਾ, ਉਹਨੂੰ ਸਾੜਿਆ ਜਾਣਾ, ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਇੰਦਰਾ ਗਾਂਧੀ ਦਾ ਜਿਹੜਾ ਕਤਲ ਆ, ਉਹਨੂੰ ਜਿਹੜੀ ਪਰੇਡ ਹੁੰਦੀ ਹੈ ਇੱਕ ਧਾਰਮਿਕ ਪਰੇਡ, ਉਹਦੇ ਵਿੱਚ ਡਿਪਿਕਟ ਕੀਤਾ ਜਾਣਾ, ਇਹਨਾਂ ਚੀਜ਼ਾਂ ਦੇ ਉੱਤੇ ਵੀ ਤਾਂ ਭਾਰਤ ਨੇ ਜਿਹੜੀ ਹੈਗੀ ਹੈ ਨਾਰਾਜ਼ਗੀ ਜਤਾਈ ਹੈ। ਕੈਨੇਡਾ 'ਚ ਜਣਾ ਖਣਾ ਆਪਣੀ ਗੱਡੀ ਪਿੱਛੇ ਆਪਣੇ ਘਰ ਦੇ ਬਾਹਰ ਟਰੂਡੋ ਨੂੰ ਗਾਲ ਲਿਖ ਕੇ ਜਾਂ ਇੱਕ ਉਂਗਲ ਦੀ ਤਸਵੀਰ ਲਾ ਕੇ ਸ਼ਰੇਆਮ ਡਿਪਿਕਟ ਕਰਦਾ ਹੈ। ਇੱਥੇ ਕੈਨੇਡਾ ਦੇ ਝੰਡੇ ਨੂੰ ਪੈਰਾਂ ਥੱਲੇ ਕੁਚਲੋ, ਤੁਸੀਂ ਅੱਗ ਲਾਓ, ਇਹਨਾਂ ਦੇ ਲਾਅ ਦੇ ਹਿਸਾਬ ਨਾਲ ਕੁਝ ਗਲਤ ਨਹੀਂ ਹੈ। ਸੋ ਜੇ ਇੱਥੇ ਕਿਸੇ ਝੰਡੇ ਨਾਲ ਕੁਝ ਹੋ ਰਿਹਾ, ਕੈਨੇਡਾ ਲਾਅ ਵਾਈਜ਼ ਬਿਲਕੁਲ ਸਹੀ ਹੈ, ਉਹ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ। ਪੂਰਾ ਦਿਨ ਤੁਸੀਂ ਹੋਟਲ ਦੇ ਰੂਮ 'ਚ ਬੈਠੇ ਰਹੇ, ਨਾ ਤੁਸੀਂ ਆਪ ਇਨੀਸ਼ੀਏਟ ਕੀਤਾ ਵੀ ਹੋਰ ਕੋਈ ਅਸੀਂ ਐਵੇਂ ਦੀਆਂ ਮੀਟਿੰਗਸ ਮੰਤਰੀਆਂ ਨਾਲ, ਪ੍ਰਧਾਨ ਮੰਤਰੀ ਵੀ ਛੱਡੋ, ਕਿਸੇ ਹੋਰ ਵੱਡੇ ਇਕੋਨੋਮਿਕ ਲੀਡਰਸ ਨਾਲ, ਕਿਸੇ ਨਾਲ ਵੀ ਕਰੀਏ, ਨਾ ਇੰਡੀਆ ਨੇ ਇਨਵਾਈਟ ਕੀਤਾ। ਇਹ ਜਿਹੜਾ ਸਨੱਬ ਹੈ ਦੋਵੇਂ ਪਾਸਿਓਂ ਹੀ ਇਹ ਦੱਸਦਾ ਕਿ ਦੇਸ਼ਾਂ ਦੀ ਜਿਹੜੀ ਆਪਸ ਦੀ ਹਾਲਾਤ ਨੇ ਉਹ ਬਹੁਤ ਮਾੜੇ ਨੇ। ਇੰਡੀਆ ਦੀ ਐਰੋਗੈਂਸ ਤੇ ਜਿਹੜੀ ਇਹ ਗੱਲ ਕਰਦੇ ਰਹਿੰਦੇ ਅਤਿਥੀ ਦੇਵੋ ਭਵ ਕਿੱਥੇ ਗਈ? ਜਿਵੇਂ ਮਰਜ਼ੀ ਦਾ ਸੀ, ਤੁਹਾਡਾ ਗੈਸਟ ਸੀਗਾ, ਬਾਹਲੀ ਗੱਲ ਸੀ ਨਾ ਇਨਵਾਈਟ ਕਰਦੇ ਵੀ। ਬਾਕੀ ਸਾਰੇ ਲੀਡਰਸ ਲਈ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਜਾ ਰਹੀਆਂ, ਟਰੂਡੋ ਲਈ ਤੁਸੀਂ ਇੱਕ ਪੁਰਾਣੀ ਤੇ ਉਸ ਤੋਂ ਥੱਲੇ ਵਾਲੀ ਗੱਡੀ ਭੇਜੋ। ਇਹ ਤਾਂ ਬੱਚਿਆਂ ਵਾਲੀਆਂ ਗੱਲਾਂ ਨੇ ਜੋ ਇੱਕ ਦੇਸ਼ ਨੂੰ, ਜਿਹੜਾ ਪ੍ਰਧਾਨ ਮੰਤਰੀ ਦੇ ਲੈਵਲ ਤੇ ਜਿਹੜੀ ਮੀਟਿੰਗਸ ਹੋ ਰਹੀਆਂ ਨੇ ਉਸ 'ਚ ਤੁਸੀਂ ਡਿਪਿਕਟ ਕਰ ਰਹੇ ਹੋ, ਉਹਦੇ ਨਾਲ ਟਰੂਡੋ ਨੂੰ ਕੋਈ ਫਰਕ ਨਹੀਂ ਪੈ ਗਿਆ। ਜਿਹੜੇ ਤੁਸੀਂ ਲੀਡਰਸ ਨੂੰ ਆਪਣੀ ਜਿਹੜੀ ਗਰੀਬੀ ਦੇਸ਼ ਦੀ ਛੁਪਾਉਣ ਲਈ ਆਸ-ਪਾਸ ਤੁਸੀਂ ਉੱਥੇ ਜਾਲੀਆਂ ਲਾਤੀਆਂ ਸੀ, ਦੀਵਾਰ ਜੀ ਕੱਚੀ ਲਾਤੀ ਸੀਗੀ, ਉਹਨਾਂ ਨੂੰ ਪਤਾ ਨਹੀਂ ਹੈ ਕੀ ਹੈ, ਜਾਂ ਦੇਸ਼ ਦੇ ਸਿਟੀਜ਼ਨਸ ਨੂੰ ਨਹੀਂ ਦਿਖਦਾ ਉਹ ਕੀ ਹੋ ਰਿਹਾ। G20 ਇੱਕ ਅਜਿਹਾ ਫੋਰਮ ਹੈ ਜਿਸ ਨੂੰ ਬਣੇ 2 ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਤੇ ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ ਆਪਸ ਵਿੱਚ ਇਕਨੋਮਿਕ ਤੇ ਇਸ ਤਰ੍ਹਾਂ ਦੇ ਹੋਰ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਆ ਤੇ ਇੱਕ ਦੂਜੇ ਦੇ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦੇ ਆ। ਇਸ ਵਾਰ G20 ਦਾ ਜਿਹੜਾ ਸਮਿਟ ਆ ਉਸ ਨੂੰ ਹੋਸਟ ਕੀਤਾ, ਉਸ ਦੀ ਮੇਜ਼ਬਾਨੀ ਕੀਤੀ ਭਾਰਤ ਨੇ, ਜਾਂ ਫਿਰ ਕਹੀਏ ਇੰਡੀਆ ਨੇ। ਭਾਰਤ ਦੇ ਵਿੱਚ ਤਾਂ ਇੰਡੀਆ ਤੇ ਭਾਰਤ ਦਾ ਜਿਹੜਾ ਮਸਲਾ ਹਲੇ ਚੱਲ ਹੀ ਰਿਹਾ ਸੀ। ਕੈਨੇਡਾ ਦੇ ਨਾਲ ਭਾਰਤ ਦੇ ਰਿਸ਼ਤੇ ਲੰਬੇ ਸਮੇਂ ਤੋਂ ਬੜੇ ਚੰਗੇ ਕਹੀਏ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ, ਪਰ ਇਸ G20 ਸਮਿਟ ਦੇ ਵਿੱਚ ਕੁਝ ਘਟਨਾਵਾਂ, ਕੁਝ ਈਵੈਂਟਸ ਇਸ ਤਰ੍ਹਾਂ ਦੇ ਹੋਏ, ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਮੀਡੀਆ, ਸੋਸ਼ਲ ਮੀਡੀਆ ਤੇ ਆਮ ਲੋਕਾਂ ਦਾ ਧਿਆਨ ਖਿੱਚਿਆ। ਤੇ ਇਹਨਾਂ ਦੇ ਉੱਤੇ ਗੱਲ ਕਰਨ ਵਾਸਤੇ ਅੱਜ ਮੇਰੇ ਨਾਲ ਹਾਜ਼ਰ ਨੇ ਜੀ ਇਸ਼ਰਤ ਸਿੰਘ। ਇਸ਼ਰਤ ਜੀ, ਕਿਵੇਂ ਦੇਖਦੇ ਹੋ ਜੀ ਸਮਿਟ ਹੁੰਦਾ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਥੇ ਮਹਿਮਾਨ ਦੇ ਤੌਰ ਤੇ ਜਾਂਦੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਗੱਲਬਾਤ ਹੋ ਰਹੀ ਹੈ ਕਿ ਟਰੂਡੋ ਸਾਹਿਬ ਦਾ ਉਸ ਗਰਮਜੋਸ਼ੀ ਨਾਲ ਨਾ ਤਾਂ ਸਵਾਗਤ ਹੋਇਆ ਤੇ ਨਾ ਹੀ ਜਿਹੜੀ ਸਬੰਧਾਂ ਦੇ ਵਿੱਚ ਉਹ ਗਰਮਾਹਟ, ਉਹ ਨਿੱਘ ਆਪਸ ਵਿੱਚ ਦੋਨੇ ਦੇਸ਼ਾਂ ਦੇ ਜਿਹੜੇ ਨੇਤਾਵਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ, ਉਹ ਦੇਖਣ ਨੂੰ ਮਿਲਿਆ। ਜੀ ਬਿਲਕੁਲ, ਬੜੀ ਇੰਟਰਸਟਿੰਗ ਕੁਝ ਚੀਜ਼ਾਂ ਹੋ ਰਹੀਆਂ ਨੇ। ਵੈਸੇ ਇਹ ਨਵਾਂ ਨਹੀਂ ਹੈ, ਉਸ 'ਤੇ ਆਪਾਂ ਨਹੀਂ ਗੱਲ ਕਰਦੇ ਕਿ ਇਹ ਪਹਿਲਾਂ ਹੋ ਚੁੱਕਾ ਹੈ ਟਰੂਡੋ ਨਾਲ, ਜਦੋਂ ਦੇ ਮੋਦੀ ਪ੍ਰਧਾਨ ਮੰਤਰੀ ਬਣੇ ਨੇ। ਲੇਕਿਨ ਕੁਝ ਚੀਜ਼ਾਂ ਇੰਟਰਸਟਿੰਗ ਇਸ ਕਰਕੇ ਹੈ ਕਿ ਤੁਸੀਂ ਮਿਡਲ ਈਸਟਰਨ ਕੁਝ ਦੇਸ਼ਾਂ ਨੂੰ ਬੁਲਾਇਆ, ਉਹਨਾਂ ਨਾਲ, ਜਿਵੇਂ ਇੰਡੀਆ ਦੀ ਗੱਲ ਕਰਾਂ, ਤੁਸੀਂ ਵਧੀਆ ਉਹਨਾਂ ਨਾਲ ਵਰਤਾਰਾ ਜਿਹਾ ਕੀਤਾ ਹੈ, ਪਰ ਟਰੂਡੋ ਇਜ਼ ਦੀ ਓਨਲੀ ਲੀਡਰ ਇਹਨਾਂ ਸਾਰਿਆਂ 'ਚੋਂ ਜਿਹਦੇ ਨਾਲ ਲੌਂਗ ਜਿਹੜੀ ਹੈਂਡ ਹੋਲਡਿੰਗ, ਜਿਹੜੀ ਮੀਡੀਆ ਅੱਗੇ ਅਸੀਂ ਦੇਖਦੇ ਰਹਿੰਦੇ, ਹੱਥ ਫੜ ਕੇ ਹਿਲਾਉਂਦੇ ਰਹਿੰਦੇ ਨੇ, ਜੋ ਇੱਕ ਸੰਕੇਤ ਦਿੰਦੀ ਹੈ ਕਿ ਅਸੀਂ ਬਹੁਤ ਵਧੀਆ ਰਿਲੇਸ਼ਨਸ ਰੱਖ ਰਹੇ ਹਾਂ, ਚਾਹੇ ਉਹ ਰਿਲੇਸ਼ਨ ਸਿਰਫ ਟ੍ਰੇਡ ਦੇ ਹੀ ਹੋਣ। ਟਰੂਡੋ ਇਜ਼ ਦੀ ਓਨਲੀ ਲੀਡਰ ਜਿਹਦੇ ਨਾਲ ਉਹ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਜਿਵੇਂ ਦੀਆਂ ਫੋਟੋਗ੍ਰਾਫਸ ਰਿਲੀਜ਼ ਹੁੰਦੀਆਂ, ਦੇਖੋ ਇਹ ਬੜੀ ਛੋਟੀਆਂ ਗੱਲਾਂ ਹੈ ਨਾ ਕਹਿਣ ਨੂੰ, ਲੇਕਿਨ ਜਿਹੜੀ ਫੋਟੋਗ੍ਰਾਫ ਮੀਡੀਆ ਜਾਰੀ ਹੈ ਉਹ ਬਹੁਤ ਵੱਡੇ ਸੰਕੇਤ ਦਿੰਦੀ ਹੈ। ਜਿਹੜੇ ਜੈਸਚਰਸ ਹੈਗੇ ਉਹ ਜੈਸਚਰ ਕਈ ਚੀਜ਼ਾਂ ਡਿਪਿਕਟ ਕਰਦੇ ਆ ਜੀ। ਡਿਪਲੋਮੇਸੀ ਵਿੱਚ, ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਜੈਸਚਰਸ ਬਹੁਤ ਇੰਪੋਰਟੈਂਟ ਹੁੰਦੇ ਆ। ਸੋ ਜਿਹੜੀ ਫੋਟੋਗ੍ਰਾਫਸ ਈਵਨ ਕੈਨੇਡਾ ਨੇ ਆਫੀਸ਼ੀਅਲੀ ਰਿਲੀਜ਼ ਕੀਤੀਆਂ ਨੇ, ਉਹਨਾਂ ਵਿੱਚ ਵੀ ਦੋਵਾਂ 'ਚ ਕੋਈ ਘੁਲਣ ਮਿਲਣ ਵਾਲੀ ਗੱਲ ਲੱਗ ਹੀ ਨਹੀਂ ਰਹੀ। ਸੋ ਦੋਵੇਂ ਪਾਸੇ ਵੀ ਐਵੇਂ ਜਿਹੀ ਚੀਜ਼ਾਂ ਹੋਈਆਂ ਨੇ। ਇੰਡੀਆ ਕੈਨੇਡਾ ਦੇ ਰਿਲੇਸ਼ਨਸ ਪਿਛਲੇ ਸਾਲਾਂ 'ਚ ਆਪਾਂ ਨੂੰ ਪਤਾ ਬਹੁਤ ਚੰਗੇ ਨਹੀਂ ਰਹੇ, ਲੇਕਿਨ ਇਸ ਵੇਲੇ ਦੇਖ ਕੇ ਇਹ ਲੱਗ ਰਿਹਾ ਕਿ ਸ਼ਾਇਦ ਸਭ ਤੋਂ ਮਾੜੇ ਨੇ ਇਸ ਵੇਲੇ। ਇਹਦੇ ਵਿੱਚ ਜਿੱਥੇ ਐਕਸਪੈਕਟ ਕੀਤਾ ਜਾਂਦਾ ਸੀ, ਕਿਉਂਕਿ ਯੂਕਰੇਨ ਜਿਹੜੀ ਵਾਰ ਚੱਲ ਰਹੀ ਆ ਉਹਦੇ ਬਾਰੇ 'ਚ ਡਿਸਕਸ਼ਨ ਹੋਣੀ, ਉਹਦੇ ਬਾਰੇ 'ਚ ਗੱਲਬਾਤ ਹੋਣੀ ਸੁਭਾਵਿਕ ਸੀ, ਤੇ ਉੱਥੇ ਰਸ਼ੀਆ ਇੱਕ ਬਹੁਤ ਵੱਡਾ ਫੈਕਟਰ ਆ ਜਾਂਦਾ। ਰਸ਼ੀਆ ਨੂੰ ਲੈ ਕੇ ਟਰੂਡੋ ਨੇ ਜਿਸ ਤਰ੍ਹਾਂ ਦਾ ਉੱਥੇ ਬਿਆਨ ਜਾਰੀ ਕੀਤਾ, ਉਹਦੀਆਂ ਐਕਸਪੈਕਟੇਸ਼ਨਸ ਜੋ ਲੋਕ ਕਰ ਰਹੇ ਸੀਗੇ, ਜਾਂ ਖੁਦ ਉਹ ਜਿਸ ਤਰ੍ਹਾਂ ਨਾਲ ਬੋਲਣਾ ਚਾਹੁੰਦੇ ਸੀ, ਸ਼ਾਇਦ ਉਸ ਤਰ੍ਹਾਂ ਨਾਲ ਵੀ ਉਹ ਬੋਲ ਨਹੀਂ ਸਕੇ ਜਾਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਬੜੀ ਇੰਟਰਸਟਿੰਗ ਗੱਲ ਹੈ, ਪਰ ਮੈਨੂੰ ਲੱਗਦਾ ਨਹੀਂ ਬੋਲਣ ਨਾ ਦਿੱਤੇ ਜਾਣ ਵਾਲੀ ਗੱਲ ਹੈ, ਕਿਉਂਕਿ ਈਵਨ ਇੱਕ ਪ੍ਰੈਸ ਕਾਨਫਰੰਸ ਆਪਣੀ ਇਕਲੌਤੀ ਕਰਕੇ ਆਏ ਨੇ ਟਰੂਡੋ ਉੱਥੇ। ਪਰ ਹਾਂ, ਟਰੂਡੋ ਨੇ ਖੁਦ ਇਹ ਕਿਹਾ ਕਿ ਜਿੰਨੀ ਨਿੰਦਾ ਰਸ਼ੀਆ ਦੀ ਹੋਣੀ ਚਾਹੀਦੀ ਸੀ, ਜਿੰਨੀ ਮੈਂ ਚਾਹੁੰਦਾ ਸੀਗਾ, ਉਹ ਵੀ ਨਹੀਂ ਕੀਤੀ ਗਈ। ਹੁਣ ਕੈਨੇਡਾ ਦੇ ਆਪਣੇ ਇੰਟਰਸਟ ਬਹੁਤ ਨੇ, ਅਮਰੀਕਾ ਸਭ ਤੋਂ ਇੰਪੋਰਟੈਂਟ ਐਲਾਏ ਹੈ। ਕੈਨੇਡਾ ਨੇ ਆਪਣੀ ਇਹੋ ਜਿਹੀ ਇਕੋਨਮੀ ਦੇ ਬਾਵਜੂਦ ਇੰਨੇ ਆਪਣੀ ਮਿਲਟਰੀ ਪ੍ਰੋਵੈਂਸ, ਇੰਨਾ ਪੈਸਾ ਮਿਲਟਰੀ ਲਈ ਦਿੱਤਾ ਹੈ ਉੱਥੇ। ਸੋ ਪਰ ਜੇ ਇੰਡੀਆ ਦੇ ਰਿਲੇਸ਼ਨਸ ਨਾਲ ਗੱਲ ਕਰੀਏ, ਉਹਦਾ ਕੋਈ ਬਹੁਤ ਜ਼ਿਆਦਾ ਇੰਪੋਰਟੈਂਸ ਨਹੀਂ ਹੈ। ਪਰ
ਇੰਡੀਆ ਦੇ ਨਾਲ ਜਿਹੜੀ ਡਾਇਰੈਕਟ ਗੱਲਾਂ ਹੋਣੀਆਂ ਸੀਗੀਆਂ ਉਹ ਦੋਵੇਂ ਪਾਸਿਆਂ ਦੇ ਬਿਆਨ ਜਿਵੇਂ ਦੇ ਆਏ ਨੇ, ਟਰੂਡੋ ਦੀ ਟ੍ਰੀਟਮੈਂਟ ਜਿਵੇਂ ਦੀ ਰਹੀ ਹੈ, ਉਹ ਸਾਰੀਆਂ ਚੀਜ਼ਾਂ ਦੇ ਮੇਨ ਇਸ਼ੂਜ਼ ਨੇ। ਪਰ ਕਿਤੇ ਨਾ ਕਿਤੇ ਇਹ ਤਾਂ ਹੈ ਨਾ ਕਿ ਵੈਸਟ ਨੂੰ ਇਹ ਲੱਗਦਾ ਕਿ ਇੰਡੀਆ ਹਲੇ ਵੀ ਰਸ਼ੀਆ ਦੇ ਨਾਲ ਜਿਹੜੀ ਉਹਦੀ ਭਾਈਵਾਲੀ ਹੈ, ਕਿਉਂਕਿ ਜਿਹੜਾ ਪਿੱਛੇ ਆਇਲ ਟ੍ਰੇਡ ਨੂੰ ਲੈ ਕੇ ਵੀ ਇੱਕ ਜਿਹੜਾ ਪ੍ਰੈਸ਼ਰ ਪਾਇਆ ਗਿਆ ਉਹ ਇੰਡੀਆ ਨੇ ਪ੍ਰੈਸ਼ਰ ਨਹੀਂ ਲਿਆ ਤੇ ਉਹਨਾਂ ਨੇ ਆਪਣਾ ਟ੍ਰੇਡ ਆ ਜਿਹੜਾ ਉਹਨਾਂ ਨੇ ਆਪਣਾ ਫਾਇਦਾ ਵੇਖਿਆ ਤੇ ਉਹ ਜਾਰੀ ਰੱਖਿਆ। ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਸੀ ਰਿਸ਼ਤਿਆਂ ਦੇ ਵਿੱਚ ਖਿੱਚਤਾਣ ਦਾ ਕਾਰਨ ਇਹ ਵੀ ਹੋ ਸਕਦੀਆਂ ਨੇ। ਦੇਖੋ ਨੋ ਡਾਊਟ ਇੰਡੀਆ ਇਸ ਕਰਕੇ ਵੀ ਬਹੁਤ ਇੰਪੋਰਟੈਂਟ ਹੈ। ਇੰਡੀਆ ਇਸ ਕਰਕੇ ਇੰਨਾ ਇੰਪੋਰਟੈਂਟ ਨਹੀਂ ਹੈ ਕਿ ਉਹ ਗਰੋ ਕਰ ਰਿਹਾ ਹੈ, ਇੰਡੀਆ ਇਸ ਕਰਕੇ ਇੰਪੋਰਟੈਂਟ ਹੈ ਕਿ ਉਹ ਚਾਈਨਾ ਤੇ ਰਸ਼ੀਆ ਦੀ ਬਹੁਤ ਪ੍ਰੋਕਸੀਮਿਟੀ 'ਚ ਹੈ ਤੇ ਜੇ ਇੰਨਾ ਵੱਡਾ ਨੇਸ਼ਨ ਇਹਨਾਂ ਵੱਲ ਨਾ ਹੋਇਆ ਵੈਸਟ ਬਲਾਕ ਵੱਲ ਤਾਂ ਇਹਨਾਂ ਦੀ ਪਾਵਰ ਹੋਰ ਘਟਦੀ ਹੈ। ਸੋ ਇੰਡੀਆ ਨੇ ਆਪਣੇ ਆਪ ਨੂੰ ਐਂ ਕਹਿ ਲਓ ਵੀ ਬੜਾ ਸੇਫ ਪਲੇ ਕੀਤਾ, ਨਾ ਉਹਨਾਂ ਨਾਲ ਵਿਗਾੜੀ ਤੇ ਨਾ ਰਸ਼ੀਆ ਨਾਲ ਵਿਗਾੜੀ ਹੈ ਉਸ ਸਾਰੀ ਸਿਚੁਏਸ਼ਨ 'ਚ। ਤੇ ਹਾਂ ਵੈਸਟ ਡੈਫੀਨਿਟਲੀ ਚਾਹੁੰਦਾ ਕਿ ਉਹ ਸਾਡੇ ਵੱਲ ਹੋਵੇ ਤੇ ਰਸ਼ੀਆ ਉਹਨੂੰ ਪੱਟਣ ਦੀ ਆਪਣੇ ਵੱਲ ਦੀ ਕੋਸ਼ਿਸ਼ ਕਰ ਰਿਹਾ। ਪਰ ਠੀਕ ਹੈ, ਇੰਡੀਆ ਨੇ ਤਾਂ ਆਪਣਾ ਉਹਦੇ ਵਿੱਚ ਫਾਇਦਾ ਵੇਖਣਾ, ਇੰਡੀਆ ਦੀ ਐਡਵਾਂਟੇਜ ਹੈ ਜੀ। ਤੇ ਲੇਕਿਨ ਨਾਲ ਦੀ ਨਾਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਡਾਇਲੌਗ ਪਹਿਲਾਂ ਚਾਈਨਾ ਦੇ ਨਾਲ ਚੱਲ ਰਿਹਾ ਸੀਗਾ ਫੋਰਨ ਇੰਟਰਫੇਰੈਂਸ ਨੂੰ ਲੈ ਕੇ, ਤੇ ਹੁਣ ਇੱਕ ਬੜੀ ਆਵਾਜ਼ ਬੁਲੰਦ ਹੋ ਰਹੀ ਹੈ ਕਿ ਫੋਰਨ ਇੰਟਰਫੇਰੈਂਸ ਦੀ ਜਦੋਂ ਗੱਲ ਆਉਂਦੀ ਹੈ ਤਾਂ ਕੱਲਾ ਚਾਈਨਾ ਨੂੰ ਨਹੀਂ ਅਸੀਂ ਵੇਖ ਸਕਦੇ, ਸਾਨੂੰ ਹੋਰਨਾਂ ਫੈਕਟਰਸ ਵੱਲ, ਹੋਰਨਾਂ ਦੇਸ਼ਾਂ ਵੱਲ ਵੀ ਦੇਖਣਾ ਪਏਗਾ ਤੇ ਉੱਥੇ ਉੱਭਰ ਕੇ ਭਾਰਤ ਦਾ, ਇੰਡੀਆ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਉਂਦਾ ਤੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਸਿੱਖ ਸੈਪਰੇਟਿਸਟ, ਜਿਹੜੇ ਸਿੱਖ ਵੱਖਵਾਦੀ ਲੋਕ ਨੇ, ਖਾਲਿਸਤਾਨ ਦੀ ਜਿਨ੍ਹਾਂ ਦੀ ਮੰਗ ਹੈ, ਉਹਨਾਂ ਨੂੰ ਲੈ ਕੇ ਜਿਹੜਾ ਹੈ ਇੱਕ ਬੜਾ ਉੱਭਰ ਕੇ ਗੱਲ ਸਾਹਮਣੇ ਆਈ ਹੈ, ਜਿਹਦੇ ਬਾਰੇ ਮੋਦੀ ਸਾਹਿਬ ਨੇ ਆਪਣਾ ਇਤਰਾਜ਼ ਟਰੂਡੋ ਦੇ ਸਾਹਮਣੇ ਜਤਾਇਆ। ਇਹਦਾ ਕਿਵੇਂ ਲੱਗਦਾ ਵੀ ਇਹਦੇ ਵਾਸਤੇ ਇਹ ਗੱਲਬਾਤ ਨੇ ਕਿਵੇਂ ਰੋਲ ਪਲੇ ਕੀਤਾ ਹੋਵੇਗਾ? ਇਹੀ ਮੇਨ ਜਿਹੜੀ ਮੇਜਰ ਮੈਨੂੰ ਲੱਗਦਾ ਬੋਨ ਆਫ ਕੰਟੈਂਸ਼ਨ ਹੈ ਜਿਹੜੀ ਦੋਨਾਂ ਦੇਸ਼ਾਂ 'ਚ ਉਹ ਹੈ। ਹੁਣ ਕੈਨੇਡਾ ਇਸ ਤੋਂ ਪਹਿਲਾਂ ਇਹ ਸਪਸ਼ਟ ਕਰ ਚੁੱਕਾ ਕਿ ਚਾਈਨਾ ਤੇ ਇੰਡੀਆ ਮੈਕਸਿਮਮ ਜਿਹੜੀ ਫੋਰਨ ਇੰਟਰਫੇਰੈਂਸ ਨਾਟ ਜਸਟ ਇਨ ਦ ਨੇਸ਼ਨ ਬਟ ਈਵਨ ਸਾਡੀ ਇਲੈਕਸ਼ਨ ਜਾਂ ਸਾਡੀ ਪੋਲਿਟਿਕਸ ਵਿੱਚ ਹੈ, ਇਹਨਾਂ ਦੋਨਾਂ ਦੇਸ਼ਾਂ ਦੀ ਹੈ। ਸੋ ਇੰਡੀਆ ਦਾ ਲੇਕਿਨ ਇਹ ਬੋਨ ਆਫ ਕੰਟੈਂਸ਼ਨ ਹੈ ਕਿ ਤੁਸੀਂ ਜਿਹੜੀ ਖਾਲਿਸਤਾਨ ਮੂਵਮੈਂਟ ਜਿਹਨੂੰ ਅਸੀਂ ਅਪੋਜ਼ ਕਰ ਰਹੇ ਹਾਂ, ਜਿਹੜੇ ਸਾਡੇ ਦੇਸ਼ ਨੂੰ ਤੋੜ ਸਕਦੀ ਹੈ, ਉਹਨੂੰ ਤੁਸੀਂ ਚੰਗੀ ਤਰ੍ਹਾਂ ਦਬਾ ਨਹੀਂ ਰਹੇ। ਠੀਕ ਹੈ, ਇੰਡੀਆ ਆਪਣੀ ਜਗ੍ਹਾ ਸਹੀ ਹੈ, ਮੈਂ ਕਹਿੰਦਾ ਇਹ ਗੱਲ ਕਹਿਣ ਨੂੰ ਐਜ਼ ਅ ਨੇਸ਼ਨ ਠੀਕ ਹੈ, ਉਹਨਾਂ ਦਾ ਇਹ ਸਟੈਂਸ ਹੈ, ਬਟ ਕੈਨੇਡਾ ਵੈਸੇ ਕੁਝ ਵੀ ਗਲਤ ਨਹੀਂ ਕਰ ਰਿਹਾ। ਹੁਣ ਦੇਖੋ ਜਿਹੜੀ ਟਰੂਡੋ ਦੀ ਸਟੇਟਮੈਂਟ ਆਈ ਹੈ, ਉਹਨੇ ਜੋ ਪ੍ਰੈਸ ਕਾਨਫਰੰਸ ਕਿਹਾ, ਸਟੇਟਮੈਂਟ ਕਾ ਦੋ ਪ੍ਰੈਸ ਕਾਨਫਰੰਸ 'ਚ ਉਹਨੇ ਕਿਹਾ ਕਿ ਅਸੀਂ ਆਪਣੇ ਜਿਹੜੇ ਪ੍ਰਿੰਸੀਪਲਸ ਨੇ, ਵਾਟ ਮੇਕਸ ਕੈਨੇਡਾ ਕੈਨੇਡਾ, ਅਸੀਂ ਉੱਤੇ ਖੜੇ ਰਵਾਂਗੇ, ਵਿਚ ਇਜ਼ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ। ਠੀਕ ਹੈ, ਪਰ ਨਾਲ ਹੀ ਉਹਨੇ ਉਸੇ ਸਾਹ 'ਚ ਟਰੂਡੋ ਨੇ ਇਹ ਵੀ ਕਿਹਾ ਪਰ ਜੇ ਕੋਈ ਵਾਇਲੈਂਸ ਜਾਂ ਕੁਝ ਐਵੇਂ ਦਾ ਗਲਤ ਕੋਈ ਇਨਸਾਈਟ ਕਰੇਗਾ, ਵਾਇਲੈਂਸ ਜਾਂ ਕੁਝ ਵੀ ਐਵੇਂ ਦਾ ਕਰੇਗਾ, ਅਸੀਂ ਤਾਂ ਵੀ ਉੱਥੇ ਖੜੇ, ਅਸੀਂ ਇਹੋ ਜਿਹਾ ਕੁਝ ਹੋਣ ਨਹੀਂ ਦੇਵਾਂਗੇ। ਹੁਣ ਮੈਂ ਇਹ ਜ਼ਰੂਰ ਇਹਦਾ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਜਦੋਂ ਇਹ ਸਾਰੀ ਮੂਵਮੈਂਟ ਜਿਹੜੇ ਪਿਛਲੇ ਦਿਨਾਂ 'ਚ ਸਾਰੀ ਇਹ ਗੱਲ ਹੋਈ, ਉਸ ਤੋਂ ਬਾਅਦ ਟੋਰਾਂਟੋ ਦੇ ਜਿਹੜਾ ਇੰਡੀਅਨ ਐਮਬੈਸੀ ਹੈ ਉਹਦੇ ਬਾਹਰ ਜਦੋਂ ਕਿਹਾ ਵੀ ਬੜੀ ਥ੍ਰੈਟ ਹੈ, ਸਭ ਕੁਝ ਹੈ, ਜਦੋਂ ਉਹ ਸਭ ਕੁਝ ਹੋ ਰਿਹਾ ਸੀਗਾ ਤਾਂ ਜਿਹੜੇ ਲੋਕਾਂ ਨੇ ਉਹ ਦੇਖਿਆ, ਅਸੀਂ ਇੱਥੇ ਰਹਿ ਕੇ ਉਹਨੂੰ ਆਪ ਦੇਖਿਆ ਕਿੰਨੀ ਪੁਲਿਸ ਪ੍ਰੈਜ਼ੈਂਸ ਸੀ, ਕੁਝ ਵੀ ਐਸਾ ਵੈਸਾ ਨਹੀਂ ਸੀ ਹੋ ਸਕਦਾ, ਉਹਨੂੰ ਇੱਕ ਸਾਇਲੈਂਟ ਪ੍ਰੋਟੈਸਟ ਹੀ ਰੱਖਿਆ ਗਿਆ। ਸੋ ਕੈਨੇਡਾ ਨੇ ਜੋ ਕਿਹਾ ਇਟ ਹੈਜ਼ ਡਨ ਇਟ, ਇਟ ਹੈਜ਼ ਵਾਕਡ ਇਟਸ ਟਾਕ ਕਿ ਅਸੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੇਵਾਂਗੇ ਪਰ ਕੁਝ ਗਲਤ ਨਹੀਂ ਹੋਣ ਦੇਵਾਂਗੇ। ਸੋ ਮੈਨੂੰ ਲੱਗਦਾ ਕੈਨੇਡਾ ਆਪਣੀ ਜਗ੍ਹਾ ਬਿਲਕੁਲ ਸਹੀ ਹੈ। ਪਰ ਇਸ ਦੇ ਨਾਲ ਨਾਲ ਇੱਕ ਹੋਰ ਵੀ ਚੀਜ਼ ਹੈਗੀ ਹੈ, ਜਿਹੜੇ ਇਤਰਾਜ਼ ਪ੍ਰੈਸ ਦੇ ਵਿੱਚ ਪੜ੍ਹਿਆ ਆਪਾਂ ਜਤਾਏ ਗਏ ਆ, ਉਹਦੇ ਵਿੱਚ ਭਾਰਤ ਦੇ ਝੰਡੇ ਨੂੰ, ਭਾਰਤ ਦੇ ਤਿਰੰਗੇ ਨੂੰ ਜਿਹੜਾ ਹੈ ਉਹ ਫੁੱਟਬਾਲ ਬਣਾ ਕੇ ਖੇਡਿਆ ਜਾਣਾ, ਉਹਨੂੰ ਸਾੜਿਆ ਜਾਣਾ, ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਇੰਦਰਾ ਗਾਂਧੀ ਦਾ ਜਿਹੜਾ ਕਤਲ ਆ ਉਹਨੂੰ ਜਿਹੜੀ ਪਰੇਡ ਹੁੰਦੀ ਹੈ ਇੱਕ ਧਾਰਮਿਕ ਪਰੇਡ, ਉਹਦੇ ਵਿੱਚ ਡਿਪਿਕਟ ਕੀਤਾ ਜਾਣਾ, ਇਹਨਾਂ ਚੀਜ਼ਾਂ ਦੇ ਉੱਤੇ ਵੀ ਤਾਂ ਭਾਰਤ ਨੇ ਜਿਹੜੀ ਹੈਗੀ ਹੈ ਨਾਰਾਜ਼ਗੀ ਜਤਾਈ ਹੈ। ਹੁਣ ਇਹ 'ਚ ਲਾਅ ਤੇ ਟੈਕਨੀਕੈਲਿਟੀ ਤੇ ਆ ਜਾਂਦੇ ਆ। ਇੰਡੀਆ ਅਗੇਨ ਆਪਣੀ ਜਗ੍ਹਾ ਸਹੀ ਹੈ, ਸਾਡੇ ਦੇਸ਼ ਦੇ ਝੰਡੇ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਕਿਵੇਂ ਟਰੀਟ ਕਰਦੇ ਆ, ਇੰਡੀਆ ਦੇ ਰੂਲ ਅਲੱਗ ਨੇ, ਕੈਨੇਡਾ ਦੇ ਅਲੱਗ ਨੇ। ਕੈਨੇਡਾ 'ਚ ਜਣਾ ਖਣਾ ਆਪਣੀ ਗੱਡੀ ਪਿੱਛੇ ਆਪਣੇ ਘਰ ਦੇ ਬਾਹਰ ਟਰੂਡੋ ਨੂੰ ਗਾਲ ਲਿਖ ਕੇ ਜਾਂ ਇੱਕ ਉਂਗਲ ਦੀ ਤਸਵੀਰ ਲਾ ਕੇ ਸ਼ਰੇਆਮ ਡਿਪਿਕਟ ਕਰਦਾ ਹੈ। ਇੱਥੇ ਕੈਨੇਡਾ ਦੇ ਝੰਡੇ ਨੂੰ ਪੈਰਾਂ ਥੱਲੇ ਕੁਚਲੋ, ਤੁਸੀਂ ਅੱਗ ਲਾਓ, ਇਹਨਾਂ ਦੇ ਲਾਅ ਦੇ ਹਿਸਾਬ ਨਾਲ ਕੁਝ ਗਲਤ ਨਹੀਂ ਹੈ। ਸੋ ਜੇ ਇੱਥੇ ਕਿਸੇ ਝੰਡੇ ਨਾਲ ਕੁਝ ਹੋ ਰਿਹਾ, ਕੈਨੇਡਾ ਲਾਅ ਵਾਈਜ਼ ਬਿਲਕੁਲ ਸਹੀ ਹੈ, ਉਹ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ, ਇਟ ਇਜ਼ ਦੇਅਰ ਲਾਅ, ਇਟਸ ਓਕੇ, ਰਾਈਟ। ਸੋ ਉਹਦੇ ਵਿੱਚ ਕੈਨੇਡਾ ਕੁਝ ਗਲਤ ਨਹੀਂ ਕਰ ਰਿਹਾ, ਪਰ ਕਿਉਂਕਿ ਇੰਡੀਆ 'ਚੋਂ ਪ੍ਰੋਬਲਮੈਟਿਕ ਹੈ, ਇੰਡੀਆ ਨੇ ਆਪਣਾ ਇਤਰਾਜ਼ ਜ਼ਰੂਰ ਦਾਇਰ ਕਰਤਾ ਹੈ। ਦੇਖੋ ਜਦੋਂ ਡਿਪਲੋਮੇਸੀ ਦੀ ਗੱਲ ਹੁੰਦੀ ਹੈ, ਸਿੰਪਲੀ ਇਹ ਚੀਜ਼ਾਂ ਇਸੇ ਤਰ੍ਹਾਂ ਚੱਲਦੀਆਂ ਕਿ ਇੱਕ ਦੇਸ਼ ਦੂਜੇ ਨਾਲ ਆਪਣੀ ਨਾਰਾਜ਼ਗੀ ਦਾਇਰ ਕਰਦਾ ਜਾਂ ਪ੍ਰੋਟੈਸਟ ਲੌਜ ਕਰਦਾ ਤੇ ਦੂਜਾ ਦੇਸ਼ ਆਪਣੇ ਲਾਅ ਦੇ ਹਿਸਾਬ ਨਾਲ ਉਹਨੂੰ ਕਹਿੰਦਾ ਜੀ ਬਿਲਕੁਲ ਠੀਕ ਹੈ, ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ। ਵਾਂਸ ਅਗੇਨ ਟਰੂਡੋ ਦੀ ਸਟੇਟਮੈਂਟ ਬੜੀ ਪ੍ਰੀਸਾਈਜ਼ ਹੈ। ਨੰਬਰ 1, ਅਸੀਂ ਆਪਣਾ ਲਾਅ ਜੋ ਹੈ ਅਸੀਂ ਉਸ ਹਿਸਾਬ ਨਾਲ ਸਭ ਕੁਝ ਅਲਾਓ ਕਰਾਂਗੇ, ਕਿਸੇ ਕੰਟਰੀ ਦਾ ਪ੍ਰੈਸ਼ਰ ਨਹੀਂ ਲਵਾਂਗੇ, ਪਰ ਜੇ ਕੋਈ ਕੁਝ ਗਲਤ ਜਾਂ ਸਾਡੇ ਲਾਅ ਦੇ ਅਗੇਂਸਟ ਜਾਂ ਹਿਊਮਨ ਰਾਈਟਸ ਦੇ ਵੀ ਅਗੇਂਸਟ ਜਾਂਦਾ, ਅਸੀਂ ਉਹਦੇ ਤੇ ਐਕਸ਼ਨ ਲੈਣ ਲਈ ਤਿਆਰ ਖੜੇ ਹਾਂ। ਸੋ ਇਸ ਚੀਜ਼ ਨੂੰ ਇਸ ਤਰੀਕੇ ਨਾਲ ਸਮਝਿਆ ਜਾਵੇ ਕਿ ਪ੍ਰਵੇਲ ਜੋ ਕਰੇਗਾ ਉਹ ਲਾਅ ਆਫ ਲੈਂਡ ਕਰੇਗਾ। ਜੋ ਕੈਨੇਡਾ ਦੇ ਵਿੱਚ ਘਟਨਾਵਾਂ ਹੋ ਰਹੀਆਂ ਉਹਨੂੰ ਕੈਨੇਡਾ ਦੇ ਕਾਨੂੰਨ ਮੁਤਾਬਕ ਵੇਖਿਆ ਜਾਏਗਾ ਕਿ ਉਹ ਲੀਗਲ ਹਨ
ਜਾਂ ਇਲੀਗਲ ਹਨ? ਦੇਖੋ ਟੈਕਨੀਕਲੀ ਤੇ ਲੀਗਲੀ ਤਾਂ ਆਹੀ ਗੱਲ ਹੈ ਜੀ ਪਰ ਹੁਣ ਅਸੀਂ ਗੱਲ ਕਰ ਰਹੇ ਹਾਂ ਜੀਓਪੋਲਿਟਿਕਸ ਦੀ ਜਾਂ ਦੋ ਦੇਸ਼ਾਂ ਦੀ ਡਿਪਲੋਮੇਸੀ ਦੀ। ਜੀ ਜਦੋਂ ਐਵੇਂ ਦਾ ਕੁਝ ਹੋ ਜਾਂਦਾ ਹੈ ਤੇ ਪ੍ਰੈਸ਼ਰ ਵੱਧ ਰਿਹਾ ਹੋਵੇ ਤੇ ਜਾਨ ਦੀ ਥ੍ਰੈਟ ਬਣ ਰਹੀ ਹੋਵੇ, ਕਿਸੇ ਦਾ ਸਰੀ ਦੇ ਗੁਰਦੁਆਰੇ ਸਾਨੂੰ ਪਤਾ ਮਰਡਰ ਵੀ ਹੋਇਆ ਜਿਹਦੇ 'ਚ ਕਿਹਾ ਜਾ ਰਿਹਾ ਪ੍ਰੋਬੇਬਲੀ ਇਨਵੋਲਵਮੈਂਟ ਇਹਨਾਂ ਚੀਜ਼ਾਂ ਦੀ ਕਿਸੇ ਨੂੰ ਨਹੀਂ ਪਤਾ, ਉਦੋਂ ਕੈਨੇਡਾ ਨੀਡਸ ਟੂ ਐਕਟ ਬੈਟਰ। ਉਦੋਂ ਜਦੋਂ ਚੀਜ਼ਾਂ ਧੁੰਦਲੀਆਂ ਹੋਣ ਲੱਗ ਜਾਂਦੀਆਂ ਨਾ ਤਾਂ ਉਦੋਂ ਆਪਣੇ ਲਾਅ ਤੋਂ ਥੋੜਾ ਉੱਠ ਕੇ ਇੱਕ ਸਟਾਂਸ ਲੈਣਾ ਪੈਂਦਾ ਹੁੰਦਾ। ਸੋ ਲੀਗਲੀ ਜਾਂ ਟੈਕਨੀਕਲੀ ਤੁਸੀਂ ਕੋਈ ਐਕਸ਼ਨ ਨਾ ਲਓ ਪਰ ਐਜ਼ ਅ ਲੀਡਰ, ਹੁਣ ਮੈਂ ਸਿਰਫ ਇੱਕ ਸਟੇਟਮੈਂਟ ਨੂੰ 3-4 ਵਾਰ ਰਿਪੀਟ ਕਰਤਾ ਜੋ ਉਹਨੇ ਪ੍ਰੈਸ ਕਾਨਫਰੰਸ ਨਵੀਂ ਦਿੱਲੀ 'ਚ ਕਹੀ ਹੈ। ਇਸੇ ਤਰ੍ਹਾਂ ਜੇ ਕੁਝ ਐਵੇਂ ਦਾ ਹੁੰਦਾ ਹੈ ਤਾਂ ਉਹਦੀ ਕੰਡੈਮਨੇਸ਼ਨ ਕਰਨਾ, ਉਹਦੀ ਨਿੰਦਾ ਕਰਨੀ, ਦੈਟ ਇਜ਼ ਅ ਮੈਸੇਜ ਸਟਰੋਂਗ ਇਨਫ। ਸੋ ਕੈਨੇਡਾ ਇਹ ਜ਼ਰੂਰ ਕਰ ਸਕਦਾ, ਟਰੂਡੋ ਇਹ ਜ਼ਰੂਰ ਕਰ ਸਕਦਾ ਹੈ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਤੁਸੀਂ ਇੰਦਰਾ ਗਾਂਧੀ ਦੇ ਪੂਰੇ ਮਿਊਰਲ ਦੀ ਗੱਲ ਕੀਤੀ ਉਹਦੀ ਨਿੰਦਾ ਕਰ ਸਕਦਾ ਸੀਗਾ। ਉਹਦੀ ਕੁਝ ਲੈਵਲ ਤੇ ਹੋਈ ਹੈ ਪਰ ਟਰੂਡੋ ਦੇ ਜਾਂ ਪ੍ਰਾਈਮ ਮਿਨਿਸਟਰ ਦੇ ਲੈਵਲ ਤੇ ਹੋਣੀ ਚਾਹੀਦੀ ਸੀ ਉਸ ਲੈਵਲ ਤੇ ਨਹੀਂ ਹੋਈ, ਉਹ ਨਹੀਂ ਹੋਈ। ਪਰ ਫਿਰ ਇਹਦੇ 'ਚ ਟੈਕਨੀਕੈਲਿਟੀਜ਼ ਨੇ, ਇਹ ਇੱਕ ਡਿਪਿਕਸ਼ਨ ਸੀ, ਉਹਦੇ 'ਚ ਕੋਈ ਨਾਮ ਜਾਂ ਕੁਝ ਨਹੀਂ ਸੀ ਲਿਖਿਆ। ਹਾਊ ਵਿਲ ਕੈਨੇਡਾ ਸੇ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਉਹੀ ਹੈ, ਰਾਈਟ? ਸੋ ਟੈਕਨੀਕਲੀ ਇਹਨਾਂ ਚੀਜ਼ਾਂ ਨੂੰ ਪ੍ਰੂਵ ਨਹੀਂ ਕਰ ਸਕਦੇ, ਇਸ ਕਰਕੇ ਸ਼ਾਇਦ ਇਹ ਵੱਡੇ ਪੋਲੀਟੀਸ਼ੀਅਨਸ ਉਸ ਚੀਜ਼ ਤੋਂ ਦੂਰ ਰਹਿੰਦੇ ਆ। ਦੂਜਾ ਪੁਆਇੰਟ, ਟਰੂਡੋ ਬਹੁਤ ਕਹਿ ਲਓ ਕਸੂਤਾ ਫਸਿਆ ਹੋਇਆ। NDP ਦੀ ਸਪੋਰਟ ਹੈ, ਜਗਮੀਤ ਸਿੰਘ ਉਹਦੇ ਪ੍ਰਧਾਨ ਨੇ, ਉਹਨੂੰ ਨਾਰਾਜ਼ ਨਹੀਂ ਕਰ ਸਕਦੇ। ਹੁਣ ਇਹਦੇ ਵਿੱਚ ਉਹ ਗੱਲ ਆਉਂਦੀ ਹੈ ਜਿਹੜੀ ਆਪੋਜੀਸ਼ਨ ਕਹਿੰਦੀ ਹੈ ਕਿ ਗਰਾਊਂਡ ਰਿਐਲਿਟੀ ਤੋਂ ਟੁੱਟੇ ਹੋਏ ਨੇ ਲਿਬਰਲਸ, ਜਿਹੜੀ ਰੂਲਿੰਗ ਕਲਾਸ ਹੈ। ਕਿਉਂਕਿ ਵੈਸੇ ਤਾਂ ਟਰੂਡੋ ਨੇ ਆਹ ਸਟੇਟਮੈਂਟ ਵੀ ਦਿੱਤੀ ਹੈ ਕਿ ਕੁਛ ਦੇ ਐਕਸ਼ਨਸ ਪੂਰੀ ਕਮਿਊਨਿਟੀ ਰਿਪਰੈਜ਼ੈਂਟ ਨਹੀਂ ਕਰਦੇ, ਪਰ ਜੇ ਆ ਖੁਦ ਮੰਨਦੇ ਨੇ ਦੈਨ ਹੀ ਕੈਨ ਡੈਫੀਨਿਟਲੀ ਅਪੋਜ਼ them, ਦੈਨ ਇਟ ਮੀਨਸ ਕਿ ਸਾਰਾ ਸਿੱਖ ਡਾਇਸਪੋਰਾ ਇਸ ਮੂਵਮੈਂਟ ਨੂੰ ਸਪੋਰਟ ਨਹੀਂ ਕਰਦਾ। ਫਿਰ ਤੁਸੀਂ ਉਸ ਬਾਰੇ ਕੁਝ ਬੋਲ ਕਿਉਂ ਨਹੀਂ ਰਹੇ? ਦੇਸ਼ ਤੋਂ ਬਾਹਰ ਜਾ ਕੇ ਤੁਸੀਂ ਇਹ ਗੱਲ ਕਹਿਤੀ ਕਿ ਜੀ ਮੈਂ ਨਹੀਂ ਮੰਨਦਾ ਕਿ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਇੱਕ ਛੋਟਾ ਹਿੱਸਾ ਹੈ, ਛੋਟਾ ਦਬਕਾ ਹੈ। ਹਾਂ, ਜੇ ਆ ਸੱਚ ਹੈ ਫਿਰ ਇਹਨੂੰ ਦੇਸ਼ 'ਚ ਵੀ ਇੰਪਲੀਮੈਂਟ ਕਰੋ। ਫਿਰ ਤੁਸੀਂ ਉੱਥੇ ਆ ਕੇ ਕਿਉਂ ਨਹੀਂ ਬੋਲਦੇ ਜਦੋਂ? ਕਿਉਂਕਿ ਕਸੂਤੇ ਫਸੇ ਹੋਏ ਨੇ ਆਪਣੀ ਪੋਲੀਟੀਕਲ ਜਿਹੜੀ ਕੰਬੀਨੇਸ਼ਨ ਨੇ ਉਹਦੇ ਕਰਕੇ। ਉਸ ਤੋਂ ਬਾਅਦ ਹੁੰਦਾ ਇਹ ਹੈ ਕਿ ਫਿਰ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਜੀ ਉਹਨਾਂ ਦੇ ਜਹਾਜ਼ ਦੇ ਵਿੱਚ ਤੇ ਇੱਕ ਐਮਬੈਰੇਸਿੰਗ ਸਿਚੁਏਸ਼ਨ ਬਣ ਜਾਂਦੀ ਹੈ ਤੇ ਜਿਸ ਸਮੇਂ ਤੇ ਉਹਨਾਂ ਨੇ ਉਡਾਨ ਭਰਨੀ ਸੀ ਉਹ ਸਮਾਂ ਜਿਹੜਾ ਹੈ ਜੀ ਉਹ ਅੱਗੇ ਪੈ ਜਾਂਦਾ ਹੈ। ਸੋ ਇਸ ਸਥਿਤੀ ਦੇ ਵਿੱਚ ਵੀ ਇੱਕ ਇੰਟਰਨੈਸ਼ਨਲ ਲੀਡਰ ਦੇ ਤੌਰ ਤੇ ਜਿਹੜਾ ਹੈ ਉਹ ਫਿਰ ਆਪਣੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਹੀ ਸੀਮਤ ਰਹਿ ਜਾਂਦੇ ਆ। ਕੀ ਇਹ ਵੀ ਇਸ ਨੂੰ ਵੀ ਇਸ ਤਰ੍ਹਾਂ ਨਾਲ ਦੇਖਿਆ ਜਾਵੇ ਕਿ ਉਹਨਾਂ ਦੀ ਜਿਹੜੀ ਆਓ ਭਗਤ ਜਾਂ ਉਹਨਾਂ ਦਾ ਜੋ ਇੰਪੋਰਟੈਂਸ ਉਸ ਟਾਈਮ ਦੇ ਵਿੱਚ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ? ਅੱਛਾ, ਇਹਦੇ 'ਚ ਨਾ ਛੋਟੀ ਜਿਹੀ ਗੱਲ 'ਚ ਬੜਾ ਕੁਝ ਦਿਖ ਸਕਦਾ ਜਾਂ ਉਹਨੂੰ ਅਸੀਂ ਗੱਲ ਕਰ ਸਕਦੇ ਹਾਂ। ਦੇਖੋ ਪਹਿਲਾਂ ਤਾਂ ਪਲੇਨ ਖਰਾਬ ਹੋਣਾ, ਇਹ 90s ਦਾ ਕਮਿਸ਼ਨਡ ਇੱਕ ਪਲੇਨ ਹੈ ਜਿਹੜਾ ਪਹਿਲਾਂ ਵੀ ਕਈ ਦਫਾ ਖਰਾਬ ਹੋ ਚੁੱਕਾ ਹੈ। 2016 ਵਿੱਚ ਇਹੀ ਪਲੇਨ ਪਹਿਲਾਂ ਖਰਾਬ ਹੋ ਚੁੱਕਾ ਹੈ, ਉਦੋਂ ਠੀਕ ਹੋ ਗਿਆ ਸੀ, ਉਡਾ ਲਿਆ ਤੁਸੀਂ, ਪਿਛਲੇ ਸਾਲਾਂ 'ਚ ਹੋਇਆ, ਹੁਣ ਫੇਰ ਹੋ ਗਿਆ। ਵੈਸੇ ਤਾਂ ਫਾਲ ਵਿੱਚ ਇਹ ਰਿਪਲੇਸ ਹੋ ਰਿਹਾ, ਆਲਰੇਡੀ ਗੱਲ ਹੋ ਚੁੱਕੀ ਹੈ, ਪਰ ਇਹ ਇੱਕ ਇੰਬੈਰਸਿੰਗ ਸਿਚੁਏਸ਼ਨ ਹੈ ਨੋ ਡਾਊਟ। ਪਰ ਉਸ ਤੋਂ ਵੱਡਾ ਜਿਹੜਾ ਟਰੂਡੋ ਨੂੰ ਨੁਕਸਾਨ ਇਸ ਤੋਂ ਬਾਅਦ ਹੋ ਗਿਆ, ਇੰਡੀਆ 'ਚ ਨੁਕਸਾਨ ਹੋਇਆ ਉਹਦੀ ਗੱਲ ਕਰਦੇ ਆ, ਪਰ ਕੈਨੇਡਾ 'ਚ ਨੁਕਸਾਨ ਕੀ ਹੋਏਗਾ? ਅੱਜ ਤੋਂ ਲਿਬਰਲ ਕਾਕਸ ਸ਼ੁਰੂ ਹੋਣਾ ਸੀਗਾ, ਫਰਸਟ ਡੇ ਤੋਂ ਹੀ ਉਹਨਾਂ ਦਾ ਲੀਡਰ ਸ਼ਾਇਦ ਪਹੁੰਚ ਨਹੀਂ ਸਕਿਆ, ਜੇ ਪਹੁੰਚ ਵੀ ਗਿਆ ਤਾਂ ਸਭ ਨੂੰ ਪਤਾ ਵੀ ਕੀ ਹੋ ਗਿਆ। ਇਸ ਤੋਂ ਪਹਿਲਾਂ ਜਿਹੜਾ ਕੰਜ਼ਰਵੇਟਿਵਸ ਦਾ ਐਵੇਂ ਹੋਇਆ ਉਹ ਬਹੁਤ ਸਟਰੋਂਗ ਗਿਆ, ਬਹੁਤ ਵਧੀਆ ਗਿਆ, ਰਾਈਟ? ਪਹਿਲਾ ਨੁਕਸਾਨ। ਫਿਰ ਜਿਹੜਾ ਇੰਡੀਆ 'ਚ ਨੁਕਸਾਨ ਹੋਇਆ, ਪਹਿਲੀ ਗੱਲ ਤਾਂ ਚਲੋ ਇਹ ਇੰਬੈਰੈਸਮੈਂਟ ਹੈ ਬਟ ਇਟ ਇਜ਼ ਓਕੇ। ਇਹ ਆਈ ਥਿੰਕ ਸਿਰਫ ਆਮ ਲੋਕਾਂ ਲਈ ਜਾਂ ਤੁਹਾਡੀ ਸੌਫਟ ਪਾਵਰ ਲਈ ਇੰਬੈਰੈਸਿੰਗ ਹੈ, ਵੱਡੇ ਲੀਡਰਸ ਵਿੱਚ ਇਹਦਾ ਕੁਝ ਵੱਡੀ ਗੱਲ ਨਹੀਂ ਹੁੰਦੀ। ਇਹਦੇ ਨਾਲ ਹੋਰ ਆਪਣੇ ਪ੍ਰੋਗਰਾਮਸ ਐਕਸਟੈਂਡ ਕਰ ਲੈਂਦੇ। ਲੇਕਿਨ ਪੂਰਾ ਦਿਨ ਤੁਸੀਂ ਹੋਟਲ ਦੇ ਰੂਮ 'ਚ ਬੈਠੇ ਰਹੇ, ਨਾ ਤੁਸੀਂ ਆਪ ਇਨੀਸ਼ੀਏਟ ਕੀਤਾ ਵੀ ਹੋਰ ਕੋਈ ਅਸੀਂ ਐਵੇਂ ਦੀਆਂ ਮੀਟਿੰਗਸ ਮੰਤਰੀਆਂ ਨਾਲ, ਪ੍ਰਧਾਨ ਮੰਤਰੀ ਵੀ ਛੱਡੋ, ਕਿਸੇ ਹੋਰ ਵੱਡੇ ਇਕਨੋਮਿਕ ਲੀਡਰਸ ਨਾਲ, ਕਿਸੇ ਨਾਲ ਵੀ ਕਰੀਏ, ਨਾ ਇੰਡੀਆ ਨੇ ਇਨਵਾਈਟ ਕੀਤਾ। ਇਹ ਜਿਹੜਾ ਸਨੱਬ ਹੈ ਦੋਵੇਂ ਪਾਸਿਓਂ ਹੀ ਇਹ ਦੱਸਦਾ ਕਿ ਦੇਸ਼ਾਂ ਦੀ ਜਿਹੜੀ ਆਪਸ ਦੀ ਹਾਲਾਤ ਨੇ ਉਹ ਬਹੁਤ ਮਾੜੇ ਨੇ। ਪਰ ਇਹਦਾ ਇੱਕ ਪੁਆਇੰਟ ਜਿਹੜਾ ਮੈਂ ਪਰਸਨਲੀ ਰੱਖਣਾ ਚਾਹੁੰਦਾ, ਇਹਦਾ ਮਤਲਬ ਇਹ ਵੀ ਹੈ ਕਿ ਜੁਡੀਸ਼ੀਅਸ ਯੂਜ਼ ਆਫ ਰਿਸੋਰਸਿਸ ਜਿੱਥੇ ਨਹੀਂ ਹੋ ਰਿਹਾ ਉੱਥੇ ਟੈਕਸ ਪੇਅਰ ਦਾ ਬਹੁਤ ਜ਼ਿਆਦਾ ਪੈਸਾ ਨਹੀਂ ਗਾਲਿਆ ਜਾ ਰਿਹਾ। ਓਬਵੀਅਸਲੀ ਕਮਰਸ਼ੀਅਲ ਏਅਰਲਾਈਨਸ ਵਿੱਚੋਂ ਫਲਾਈ ਨਹੀਂ ਕਰ ਸਕਦੇ, ਸੇਫਟੀ ਰੀਜ਼ਨਸ ਨੇ, ਪਰ ਇਹੋ ਜਿਹਾ ਪਲੇਨ ਦੇਰ ਤੱਕ ਚੱਲ ਰਿਹਾ। ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਜੇ ਤੁਹਾਨੂੰ ਪਤਾ ਉਹ ਚੇਂਜ ਕਰਨਾ ਪੈ ਰਿਹਾ, ਉਹਦੇ 'ਚ ਕਈ ਦਿੱਕਤਾਂ ਆ ਰਹੀਆਂ ਨੇ। ਸੋ ਇਹਨੂੰ ਜਾਂ ਤਾਂ ਇਹ ਦੇਖ ਲਓ ਕਿ ਟੈਕਸ ਪੇਅਰ ਦਾ ਪੈਸਾ ਬਚ ਰਿਹਾ, ਜਾਂ ਇਹ ਦੇਖ ਲਓ ਕਿ ਕੈਨੇਡਾ ਕਿਸ ਲੈਵਲ ਤੇ ਕਿਸ ਤਰ੍ਹਾਂ ਕਰੰਬਲ ਕਰਦਾ ਪਿਆ। ਤੇ ਫਿਰ ਇਸ ਡਿਪਿਕਸ਼ਨ ਦੇ ਵਿੱਚ ਇੱਕ ਹੋਰ ਵੀ ਚੀਜ਼ ਤਾਂ ਹੈ ਨਾ, ਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਇੰਨੇ ਘੰਟਿਆਂ ਤੱਕ ਉੱਥੇ ਸੀਗੇ ਤੇ ਉਹਨਾਂ ਨੂੰ ਜੇ ਇੰਪੋਰਟੈਂਸ ਇੰਡੀਆ ਨੇ ਆਪਣੇ ਵੱਲੋਂ ਨਹੀਂ ਦਿੱਤੀ ਤਾਂ ਕਿਤੇ ਨਾ ਕਿਤੇ ਇੰਡੀਆ ਆਪਣੀ ਐਰੋਗੈਂਸ ਵੀ ਤਾਂ ਦਿਖਾ ਰਿਹਾ। ਇੰਡੀਆ ਦੀ ਐਰੋਗੈਂਸ ਤੇ ਜਿਹੜੀ ਇਹ ਗੱਲ ਕਰਦੇ ਰਹਿੰਦੇ ਅਤਿਥੀ ਦੇਵੋ ਭਵ ਕਿੱਥੇ ਗਈ? ਜਿਵੇਂ ਮਰਜ਼ੀ ਦਾ ਸੀ, ਤੁਹਾਡਾ ਗੈਸਟ ਸੀਗਾ, ਬਾਹਲੀ ਗੱਲ ਸੀ ਨਾ ਇਨਵਾਈਟ ਕਰਦੇ, ਬਾਹਲੀ ਗੱਲ ਸੀ ਐਂ ਕਰ ਲੈਂਦੇ ਕਿ ਨਹੀਂ ਜੀ ਅਸੀਂ ਕੈਨੇਡਾ ਨੂੰ ਆਪਣਾ ਪ੍ਰੋਟੈਸਟ ਲੌਜ ਕਰ ਰਹੇ ਹਾਂ, ਵੀ ਆਰ ਨਾਟ ਇਨਵਾਈਟਿੰਗ ਹਿਮ। ਪੰਗਾ ਲੈਣਾ ਸੀ ਐਵੇਂ ਲੈ ਲੈਂਦੇ। ਵਾਈ ਟੂ ਸ਼ੋ ਐਰੋਗੈਂਸ ਟੂ ਅ ਗੈਸਟ ਜਿਹਨੂੰ ਤੁਸੀਂ ਘਰੇ ਬੁਲਾਇਆ ਹੋਇਆ? ਪਹਿਲੀ ਗੱਲ। ਦੂਜੀ ਗੱਲ, ਇਹ ਬੜੀਆਂ ਬਚਕਾਨੀਆਂ ਹਰਕਤਾਂ ਨੇ। ਡਿਪਲੋਮੇਸੀ ਡਿਮਾਂਡ ਕਰਦੀ ਹੈ ਕਿ ਯੂ ਡੋਂਟ ਕਮ ਐਜ਼ ਐਰੋਗੈਂਟ, ਬਲਕਿ ਯੂ ਰਜਿਸਟਰ ਅ ਸਟਰੋਂਗ ਪ੍ਰੋਟੈਸਟ, ਤਾਂ ਕਿ ਬਾਕੀ ਜਿਹੜੇ ਨੇਸ਼ਨਸ ਨੇ ਜਾਂ ਤੁਹਾਡੀ ਜਿਹੜੀ ਸੌਫਟ ਪਾਵਰ ਲਈ ਤੁਸੀਂ ਸਿਟੀਜ਼ਨਸ ਨੂੰ ਕਨਵੇ ਕਰਦੇ ਹੋ ਉਹ ਸਾਹਮਣੇ ਆਵੇ ਕਿ ਅਸੀਂ ਸਟਰੋਂਗ ਪ੍ਰੋਟੈਸਟ ਲੌਜ ਕੀਤਾ। ਮੈਂ ਇਹ ਵੀ ਮੰਨ ਲਿਆ ਤੁਸੀਂ ਹੱਥ ਨਹੀਂ ਮਿਲਾਉਣਾ,
ਡਨ, ਯੂ ਹੈਵ ਲੌਸਡ ਯੋਰ ਪ੍ਰੋਟੈਸਟ, ਜਿਹੜਾ ਸਾਰੀ ਦੁਨੀਆ ਨੂੰ ਦਿਖੂਗਾ। ਪਰ ਇਹ ਕਿਹੋ ਜੀ ਐਰੋਗੈਂਸ ਵਾਲੀਆਂ ਗੱਲਾਂ ਨੇ ਵੀ ਬਾਕੀ ਸਾਰੇ ਲੀਡਰਸ ਲਈ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਜਾ ਰਹੀਆਂ, ਟਰੂਡੋ ਲਈ ਤੁਸੀਂ ਇੱਕ ਪੁਰਾਣੀ ਤੇ ਉਸ ਤੋਂ ਥੱਲੇ ਵਾਲੀ ਗੱਡੀ ਭੇਜੋ। ਇਹ ਤਾਂ ਬੱਚਿਆਂ ਵਾਲੀਆਂ ਗੱਲਾਂ ਨੇ ਜੋ ਇੱਕ ਦੇਸ਼ ਨੂੰ, ਜਿਹੜਾ ਪ੍ਰਧਾਨ ਮੰਤਰੀ ਦੇ ਲੈਵਲ ਤੇ ਜਿਹੜੀ ਮੀਟਿੰਗਸ ਹੋ ਰਹੀਆਂ ਨੇ ਉਸ 'ਚ ਤੁਸੀਂ ਡਿਪਿਕਟ ਕਰ ਰਹੇ ਹੋ, ਉਹਦੇ ਨਾਲ ਟਰੂਡੋ ਨੂੰ ਕੋਈ ਫਰਕ ਨਹੀਂ ਪੈ ਗਿਆ। ਇਹਦੇ ਨਾਲ ਤੁਹਾਡੇ ਉੱਤੇ ਗੱਲ ਆਉਂਦੀ ਹੈ। ਹੁਣ ਦੇਖੋ ਟਵਿੱਟਰ ਤੇ ਇੱਕ ਫੋਟੋ ਚੱਲੀ ਸੀ ਵੀ ਪਹਿਲਾਂ ਤੁਸੀਂ ਇੰਨੀ ਸੋਹਣੀ ਉਹ ਬਿਲਡਿੰਗ ਬਣਾਈ G20 ਜਿੱਥੇ ਸਮਿਟ ਹੋਣਾ ਹੈ, ਪਰ ਉਹ 'ਚ ਪਾਣੀ ਭਰਿਆ ਹੋਇਆ ਸੀਗਾ। ਉਹਦੇ ਨਾਲ ਜਿੰਨੀ ਤੁਹਾਡੀ ਬੇਇੱਜ਼ਤੀ ਹੁੰਦੀ ਹੈ, ਉਹ ਜਿਹੜਾ ਤੁਸੀਂ ਨਾਮ ਬਣਾ ਲਿਆ ਉਹਦੇ ਨਾਲ ਉਹ ਕਵਰ ਨਹੀਂ ਹੁੰਦੀ। ਜਿਹੜੇ ਤੁਸੀਂ ਲੀਡਰਸ ਨੂੰ ਆਪਣੀ ਜਿਹੜੀ ਗਰੀਬੀ ਦੇਸ਼ ਦੀ ਛੁਪਾਉਣ ਲਈ ਆਸ-ਪਾਸ ਤੁਸੀਂ ਉੱਥੇ ਜਾਲੀਆਂ ਲਾਤੀਆਂ ਸੀ, ਦੀਵਾਰ ਜੀ ਕੱਚੀ ਲਾਤੀ ਸੀਗੀ, ਉਹਨਾਂ ਨੂੰ ਪਤਾ ਨਹੀਂ ਹੈ ਕੀ ਹੈ, ਜਾਂ ਦੇਸ਼ ਦੇ ਸਿਟੀਜ਼ਨਸ ਨੂੰ ਨਹੀਂ ਦਿਖਦਾ ਉਹ ਕੀ ਹੋ ਰਿਹਾ। ਸੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣ ਦੀ ਲੋੜ ਹੈ। ਇੰਡੀਆ ਜੋ ਹੈ ਉਹ ਹੈ, ਇਟ ਇਜ਼ ਓਕੇ, ਵੀ ਆਰ ਗਰੋਇੰਗ, ਅਸੀਂ ਬੈਟਰ ਹੋ ਰਹੇ ਹਾਂ, ਉਹ ਸਭ ਨੂੰ ਦਿਖ ਰਿਹਾ। ਇਹ ਓਛੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ। ਤਾਂ ਇਹ ਇੱਕ ਸਟਰਗਲਿੰਗ ਨੇਸ਼ਨ ਦੀ ਵੀ ਇਮੇਜ ਜਿਹੜੀ ਹੈਗੀ ਹੈ ਜੀ, ਉਹ ਡਿਪਿਕਟ ਹੁੰਦੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ। ਜੋ ਵੀ ਇਹ ਘਟਨਾਵਾਂ ਹੋਈਆਂ, ਇੱਕ ਪ੍ਰਧਾਨ ਮੰਤਰੀ ਜਦੋਂ ਵੀ ਕਿਸੇ ਦੂਜੇ ਦੇਸ਼ ਦੇ ਵਿੱਚ ਜਾਂਦਾ, ਉਹ ਸਿਰਫ ਤੇ ਸਿਰਫ ਇੱਕ ਪਾਰਟੀ ਦਾ ਕੋਈ ਨੇਤਾ ਨਹੀਂ ਹੁੰਦਾ, ਉਹ ਇੱਕ ਦੇਸ਼ ਨੂੰ, ਉਸ ਦੇਸ਼ ਦੀ ਪੂਰੀ ਜਨਤਾ ਨੂੰ ਰਿਪਰੈਜ਼ੈਂਟ ਕਰ ਰਿਹਾ ਹੁੰਦਾ। ਤਾਂ ਇਸ ਕਰਕੇ ਬਿਨਾਂ ਕਿਸੇ ਗਿਲੇ ਸ਼ਿਕਵਿਆਂ ਦੇ, ਬਿਨਾਂ ਕਿਸੇ ਭੇਦਭਾਵ ਦੇ, ਉਸ ਦੀ ਰਿਸਪੈਕਟ ਇਸ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਪੂਰੇ ਨੇਸ਼ਨ ਦੇ ਲੋਕਾਂ ਦੀ ਰਿਸਪੈਕਟ ਬਣ ਕੇ ਸਾਹਮਣੇ ਆਵੇ। ਟਰੂਡੋ ਸਾਹਿਬ ਜੀ ਸਮਿਟ ਦੇ ਵਿੱਚ ਜਦੋਂ ਜਾਂਦੇ ਆ, ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਵਤੀਰਾ ਭਾਰਤ ਦੇ ਵਿੱਚ ਹੁੰਦਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਕਿ ਦੁਨੀਆ ਦੇ ਵਿੱਚ ਉਹਦੀਆਂ ਗੱਲਾਂ ਹੋ ਰਹੀਆਂ ਨੇ, ਤੇ ਅਸੀਂ ਵੀ ਇਸੇ ਵਿਸ਼ੇ ਤੇ ਇਸੇ ਕਰਕੇ ਗੱਲ ਕਰ ਰਹੇ ਹਾਂ। ਬਣਦਾ ਇਹ ਆ ਕਿਸੇ ਵੀ ਦੇਸ਼ ਦਾ ਕੋਈ ਵੀ ਨੇਤਾ ਹੋਵੇ, ਕਿਸੇ ਵੀ ਦੇਸ਼ ਵਿੱਚ ਜਾਵੇ, ਉਹਦੀ ਰਿਸਪੈਕਟ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਉਹ ਪੂਰਾ ਦੇਸ਼ ਰਿਸਪੈਕਟਡ ਫੀਲ ਕਰੇ।